ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ। ਇਕ ਅਦੁੱਤੀ ਗੁਰੂ ਨਾਨਕ ਦੇਵਾ ਓੰਕਾਰ ਗੁਰ ਅੰਗਦ ਅਭੇਵਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਵਾਰੇ। ਵਾਹਿਗੁਰੂ ਵਾਹਿਗੁਰੂ। ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣ ਖਾਨੀ। ਵਾਹਿਗੁਰੂ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ। ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਇ। ਅਜੂਨੀ ਤੇਗ ਬਹਾਦਰ ਰਾਏ। ਸਹਿ ਭੰਗ ਗੁਰ ਦਸਮੇਸ਼ ਸਹਾਏ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ। ਵਾਹਿਗੁਰੂ ਬੰਦਨ ਭਗਵਾਨਾ। ਜਾ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ। ਤੁਮਰੀ ਮਹਿਮਾ ਵਰਨ ਨਾ ਸਕੋ। ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। आप लेहो तुम कथा सुधारी। तुमरी महिमा वर्ण न सको। तेरे कवण कवण गुण कह कह गावा। तू साहिब गुणी निधाना। तुमरी महिमा वर्ण न सको। ਤੂੰ ਠਾਕੁਰ ਊਚ ਭਗਵਾਨਾ। ਉਹ ਤਾਂ ਵੱਡਿਆਂ ਭਾਗਾਂ ਵਾਲੇ ਬਈ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਵੱਡਿਆਂ ਭਾਗਾਂ ਵਾਲੇ ਚੱਲ ਕੇ ਸੰਗਤ ਵਿੱਚ ਆਏ। ਵੱਡਿਆਂ ਭਾਗਾਂ ਵਾਲੀ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਵੱਡਿਆਂ ਭਾਗਾਂ ਵਾਲੀ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਵੱਡਿਆਂ ਭਾਗਾਂ ਵਾਲੀ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ
ਭਾਗਾਂ ਵਾਲੀ ਜਿਹੜੀ ਚੱਲ ਕੇ ਸੰਗਤ ਵਿੱਚ ਆਈ। ਭਾਗਾਂ ਵਾਲੀ ਜਿਹੜੀ ਚੱਲ ਕੇ ਸੰਗਤ ਵਿੱਚ ਆਈ। ਵੱਡਿਆ ਭਾਗਾਂ ਵਾਲੀ ਜਿਹੜੀ ਚੱਲ ਕੇ ਸੰਗਤ ਵਿੱਚ ਆਈ। ਚੱਲ ਕੇ ਸੰਗਤ ਵਿੱਚ ਆਏ ਜਿਹੜੇ ਚੱਲ ਕੇ ਸੰਗਤ ਵਿੱਚ ਆਏ। 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 ਚੱਲ ਕੇ ਸੰਗਤ ਵਿੱਚ ਆਏ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਚੱਲ ਕੇ ਸੰਗਤ ਵਿੱਚ ਆਏ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਚੱਲ ਕੇ ਸੰਗਤ ਵਿੱਚ ਆਏ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਆਏ। ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਵਾਹਿਗੁਰੂ 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 ਪਰਮ ਸਤਿਕਾਰਯੋਗ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਜੇ ਹੋਏ ਦਰਬਾਰ ਵਿੱਚ ਜੁੜੇ ਬੈਠੇ ਸਰਬੱਤ ਮਾਈ ਭਾਈ ਸਤਿਗੁਰੂ ਜੀ ਦੀ ਸਾਜੀ ਅਤੇ ਨਵਾਜੀ ਸਾਧ ਸੰਗਤ ਜੀ, ਅਦਬ ਸਤਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਨੂੰ ਸੀਸ ਝੁਕਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮੋਲਕ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ ਗੁਰੂ ਚਰਨਾਂ ਦੇ ਵਿੱਚ ਜੁੜ ਬੈਠ ਕਰ। ਲਾਹਾ ਲੈ ਰਹੇ ਸੀ ਆਪ ਜੀ ਰੱਬੀ ਬਾਣੀ ਦੇ ਕੀਰਤਨ ਦਾ। ਸਾਡੇ ਤੋਂ ਪਹਿਲਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸਕ ਸਥਾਨ ਦੇ ਹਜ਼ੂਰੀ ਰਾਗੀ ਸਿੰਘ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਤੇ ਉਹਨਾਂ ਦਾ ਸਮੂਹ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸੀ। ਆਓ ਜਿਤਨਾ ਸਮਾਂ ਹੋਰ ਮਹਾਰਾਜ ਆਪਾਂ ਨੂੰ ਬਖਸ਼ਿਸ਼ ਕਰਦੇ ਨੇ, ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਬੜਾ ਸੁੰਦਰ ਇੰਤਜ਼ਾਮ ਕੀਤਾ ਹੋਇਆ ਹੈ ਗੁਰਮੁਖ ਪਰਿਵਾਰ ਵੱਲੋਂ।
ਹਰ ਸਾਲ ਦੀ ਤਰ੍ਹਾਂ ਇਹ 4 ਰੋਜ਼ਾ ਮਹਾਨ ਸਤਸੰਗ ਸਮਾਗਮ ਮਹਾਰਾਜ ਦੀ ਕਿਰਪਾ ਦੁਆਰਾ ਪ੍ਰਾਪਤ ਹੋਏ। ਆਪ ਸਮੂਹ ਇਲਾਕਾ, ਸਮੂਹ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਜੋ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹ ਸਮਾਂ ਸੁਭਾਗ ਸਤਸੰਗ ਦਾ ਬਖਸ਼ਿਸ਼ ਕੀਤਾ ਹੈ। ਬੜੇ ਲੰਮੇ ਸਮੇਂ ਤੋਂ ਮਹਾਂਪੁਰਖ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਇਸ ਇਲਾਕੇ ਦੇ ਵਿੱਚ, ਇਸ ਨਗਰ ਦੇ ਵਿੱਚ ਬਹੁਤ ਸਾਲਾਂ ਤੋਂ ਗੁਰਮਤਿ ਪ੍ਰਚਾਰ, ਗੁਰ ਸ਼ਬਦ ਦਾ ਹੋਕਾ ਦਿੰਦੇ ਆ ਰਹੇ ਹਨ। ਆਪ ਜੀ ਸਾਰੇ ਪ੍ਰੇਮ ਭਿੱਜੀਆਂ ਰੂਹਾਂ ਰੰਗੇ ਹੋਏ ਹੋ। ਇਸ ਵਾਰੀ ਦਾ ਇਹ ਗੁਰਮਤਿ ਸਮਾਗਮ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, 9ਵੇਂ ਪਾਤਸ਼ਾਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ 400 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਖੁਸ਼ੀਆਂ ਦੇ ਵਿੱਚ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤਿਨਾਂ ਦੀ ਪਾਵਨ ਬਾਣੀ ਦਾ ਫਰਮਾਨ ਹੈ। ਮਹਾਰਾਜ ਜੀ ਕਹਿੰਦੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਐ ਮੇਰੇ ਮਨ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾ। ਆਪਾਂ ਕਹਿੰਦੇ ਨਾ ਜੀ ਫਲਾਣੇ ਨਾਲ ਮੇਰੀ ਵਾਕਫੀਅਤ ਹੈ, ਫਲਾਣਾ ਆਫੀਸਰ, ਮੰਤਰੀ, ਸੰਤਰੀ, ਚਲੋ ਉੱਚੇ ਤੋਂ ਉੱਚੇ ਅਹੁਦਿਆਂ ਦੇ ਨਾਲ ਆਪਣਾ ਨੇੜ ਹੁੰਦਾ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਤੂੰ ਸੰਸਾਰ ਦੇ ਨਾਲ ਨੇੜ ਕਰਦਾ, ਕਿਤੇ ਪਰਮਾਤਮਾ ਦੇ ਨਾਲ ਨੇੜ ਕਰਕੇ ਵੇਖ। ਸੰਸਾਰ ਨੂੰ ਆਪਣਾ ਬਣਾਉਣਾ, ਕਿਤੇ ਪਰਮਾਤਮਾ ਨੂੰ ਆਪਣਾ ਬਣਾ ਕੇ ਵੇਖ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾ। ਜਿਨ੍ਹਾਂ ਨੇ ਸ਼ਰਨ ਗ੍ਰਹਿਣ ਕੀਤੀ ਉਹਨਾਂ ਨੂੰ ਕੀ ਮਿਲਿਆ ਜੀ? ਮਹਾਰਾਜ ਕਹਿੰਦੇ, ਜੇ ਸਿਮਰਤ ਗਨਕਾ ਸੀ ਉਦਰੀ। ਸਾਰੀ ਜ਼ਿੰਦਗੀ ਪਾਪਾਂ ਦੇ ਵਿੱਚ ਆਪਣਾ ਜੀਵਨ ਜੀ ਦਾ ਬੀਤਿਆ, ਨਿਗਰਿਆ ਹੋਇਆ ਜੀਵਨ ਸੀ, ਪਰ ਗੁਰਮੁਖਾਂ ਦੀ ਸੰਗਤ ਮਿਲ ਗਈ। ਭਾਈ ਗੁਰਦਾਸ ਜੀ ਲਿਖਦੇ ਨੇ, ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ। ਦੁਰਮਤ ਦੇਖਦਾ ਏ ਆਲ ਹੋਏ, ਉਹਦੀ ਖੋਟੀ ਮਤ ਵੇਖ ਕੇ ਮਹਾਂਪੁਰਖਾਂ ਨੂੰ ਦਇਆ ਆ ਗਈ ਗਨਕਾ ਦੇ ਉੱਤੇ। ਜੀਵਨ ਜ਼ਿੰਦਗੀ ਦਾ ਕੋਈ ਬਹੁਤਾ ਲੰਮਾ ਸਫ਼ਰ ਰਹਿੰਦਾ ਨਹੀਂ ਸੀ ਬਾਕੀ। ਮਹਾਂਪੁਰਖ ਤ੍ਰਿਕਾਲਦਰਸ਼ੀ ਸਨ, ਜਾਣਦੇ ਸਨ, ਵੇਖ ਲਿਆ ਵੀ ਜੋ ਇਹਨੇ ਕਰਮ ਕੀਤੇ ਨੇ ਉਹ ਤਾਂ ਨਿਸ਼ਚੇ ਪੂਰਵਕ ਇਹਨੂੰ ਨਰਕਾਂ ਦੇ ਵਿੱਚ ਥਾਂ ਮਿਲੇਗਾ। ਜੀਵਨ ਗਵਾ ਲਿਆ ਇਸ ਨੇ। ਮਹਾਰਾਜ ਬੜਾ ਸਮਝਾਉਂਦੇ ਨੇ ਆਪਾਂ ਸਾਰਿਆਂ ਨੂੰ। ਮਹਾਰਾਜ ਕਹਿੰਦੇ, ਵੇਖੀ ਇਹ ਜਿਹੜਾ ਸਮਾਂ ਹੈ ਨਾ, ਇੱਕ ਵਾਰੀ ਲੰਘ ਜਾਣਾ ਹੈ, ਮੁੜ ਕੇ ਆਉਣਾ ਨਹੀਂ ਹੈ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਓ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਨਮ ਬੜਾ ਕੀਮਤੀ ਹੈ। ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰਹਿ ਬਹੁਰ ਨਾ ਲਾਗੇ। ਆਓ ਪ੍ਰੇਮ ਦੇ ਨਾਲ ਬੋਲਿਓ ਸਾਰੇ। ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਤੈਨੂੰ ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਤੈਨੂੰ ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਬਾਰ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਬਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਬਾਰ ਬਾਰ
ਦੁਲੰਭ ਹੈ, ਮਾਨਸ ਜਨਮ ਦੁਲੰਭ ਹੈ, ਮਾਨਸ ਜਨਮ ਦੁਲੰਭ ਹੈ, ਮਾਨਸ ਜਨਮ ਦੁਲੰਭ ਹੈ। ਦੁਰਲੱਭ ਵਸਤੂ ਉਹ ਹੁੰਦੀ ਹੈ ਜਿਹੜੀ ਸੌਖੇ ਕੀਤੇ ਮਿਲੇ ਨੇ, ਦੁਰਲੱਭ ਬਹੁਤ ਔਖੀ ਮਿਲਦੀ ਹੈ। ਅੱਗੇ ਵੀ ਇਸ ਸਰੀਰ ਨੂੰ ਆਪਾਂ ਪ੍ਰਾਪਤ ਕੀਤਾ ਕਿੱਥੋਂ ਕਿੱਥੋਂ ਹੋ ਕੇ ਆਏ ਆ ਜੀ। ਮਾਰੇ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕੀੜਿਆਂ ਪਤੰਗਿਆਂ ਦੀਆਂ ਜੂਨਾਂ ਦੇ ਵਿੱਚ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾਜ ਮੀਨ ਕੁਰੰਗਾ, ਕਈ ਜਨਮ ਹੈਬਰ ਬ੍ਰਿਖ ਜੋਇਓ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਪਤਾ ਨਹੀਂ ਕਿੱਥੋਂ ਕਿੱਥੋਂ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚੋਂ ਹੋ ਕੇ ਫੇਰ ਆ ਦੇਹੀ, ਫੇਰ ਇਹ ਸਰੀਰ ਮਿਲਿਆ। ਇਹ ਐਡਾ ਕੀਮਤੀ ਸਰੀਰ ਮਾਰੇ ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ। ਦੇਵਤੇ ਵੀ ਸਿਮਰਦੇ ਨੇ, ਦੇਵਤੇ ਵੀ ਚਾਹੁੰਦੇ ਨੇ ਵੀ ਸਾਨੂੰ ਇਹ ਦੇਹੀ ਇਹ ਸਰੀਰ ਮਿਲ ਜਾਵੇ, ਆਪਾਂ ਨੂੰ ਮਿਲਿਆ ਹੋਇਆ। ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰਿ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਭ। ਇਹ ਤੋਂ ਇਲਾਵਾ ਜੇ ਕੋਈ ਇਹਦਾ ਲਾਭ ਹੈ, ਮਾਰੇ ਕਹਿੰਦੇ ਬੜੀ ਅਪਵਿੱਤਰ ਦੇਹੀ, ਬੜਾ ਅਪਵਿੱਤਰ ਸਰੀਰ ਹੈ ਜੇ ਤੂੰ ਨਾਮ ਨਹੀਂ ਜਪਦਾ, ਜੇ ਸਿਮਰਨ ਨਹੀਂ ਕਰਦਾ। ਨਾਮ ਤੋਂ ਬਿਨਾ, ਸਿਮਰਨ ਤੋਂ ਬਿਨਾ, ਭਗਤੀ ਤੋਂ ਬਿਨਾ, ਸੇਵਾ ਤੋਂ ਬਿਨਾ ਇਹ ਦੇਹੀ ਨਿਸ਼ਫਲ ਹੈ। ਫਿਰ ਤੇ ਵੀ ਸਾਡੇ ਨਾਲੋਂ ਪਸ਼ੂ ਚੰਗੇ। ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ 10 ਕਾਜ ਸਵਾਰੈ। ਪਸ਼ੂਆਂ ਦਾ ਚੰਮ ਵੀ ਕੰਮ ਆ ਜਾਂਦਾ, ਹੱਡ ਵੀ ਕੰਮ ਆ ਜਾਂਦੇ। ਤੇਰੀ ਦੇਹੀ ਨਾਨਕ ਕੰਮਿਆ ਕੰਮ ਆਵੇ, 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 ਤੇਰੀ ਦੇਹੀ ਨਾਨਕ ਕੰਮਿਆ ਕੰਮ ਆਵੇ। ਪਸ਼ੂਆਂ ਦੇ ਹੱਡ ਵਿਕਦੇ, ਤੇਰੀ ਦੇਹੀ ਨਾਨਕ ਕੰਮਿਆ ਕੰਮ ਆਵੇ। ਪਸ਼ੂਆਂ ਦੇ ਹੱਡ ਵਿਕਦੇ, ਤੇਰੀ ਨਾਨਕ ਕੰਮਿਆ ਕੰਮ ਆਵੇ। ਪਸ਼ੂਆਂ ਦੇ ਹੱਡ ਵਿਕਦੇ, ਤੇਰੀ ਦੇਹੀ ਨਾਨਕ ਕੰਮਿਆ ਕੰਮ ਆਵੇ। ਪਸ਼ੂਆਂ ਦੇ ਹੱਡ ਵਿਕਦੇ, ਤੇਰੀ ਦੇਹੀ ਨਾਨਕ ਕੰਮਿਆ ਕੰਮ ਆਵੇ। ਦੇਹੀ ਨਾਨਕ ਕੰਮਿਆ ਕੰਮ ਆਵੇ। ਪਸ਼ੂਆਂ ਦੇ ਹੱਡ ਵਿਕਦੇ। ਮਹਾਰਾਜ ਕਹਿੰਦੇ ਨੇ ਵੇਖ ਤੇਰੇ ਨਾਲੋਂ ਤੇ ਉਹ ਪਸ਼ੂ ਚੰਗੇ ਨੇ। ਪਸ਼ੂ ਮਿਲਿਆ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਤੇਰੇ ਨਾਲੋਂ ਚੰਗੇ ਨੇ। ਅੰਮ੍ਰਿਤ ਸਮਾਨ ਦੁੱਧ ਦਿੰਦੇ ਨੇ। ਕੱਖਾ ਪੱਠਾ ਖਾ ਕੇ, ਕੱਖ ਪੱਠੇ ਖਾ ਕੇ ਅੰਮ੍ਰਿਤ ਸਮਾਨ ਦੁੱਧ ਦਿੰਦੇ ਨੇ। ਇੰਨੇ ਚੰਗੇ ਚੰਗੇ ਪਦਾਰਥ ਤੂੰ ਛਕਦਾ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਇੰਨੇ ਸੋਹਣੇ ਪਦਾਰਥ ਖਾ ਕੇ, ਇੰਨੇ ਚੰਗੇ ਪਦਾਰਥ ਛਕ ਕੇ, ਤੇ ਫਿਰ ਤੂੰ ਆਪਣੇ ਜੀਵਨ ਦੇ ਮਨੋਰਥ ਨੂੰ ਭੁੱਲੀ ਬੈਠਾ ਹੈ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਗਾੜੀ। ਇੱਕ ਤੇ ਸਰੀਰਕ ਪੱਧਰ ਤੇ ਸੌਣਾ ਹੈ, ਕੋਈ 6 ਘੰਟੇ ਸੌਂਦਾ ਹੈ, ਕੋਈ ਘੱਟ ਸੌਂਦਾ ਹੈ, ਕੋਈ ਵੱਧ ਸੌਂਦਾ ਹੈ। ਉਹ ਨੀਂਦ ਤੇ ਸਾਧ ਸੰਗਤ ਜੀ ਚਲੋ 8 ਘੰਟੇ 10 ਘੰਟੇ ਸੌਂ ਕੇ ਕੋਈ ਉੱਠੀ ਪੈਂਦਾ, ਜਾਗ ਹੀ ਪੈਂਦਾ। ਅਗਿਆਨਤਾ ਦੀ ਨੀਂਦ ਐਸੀ ਹੈ ਕਈ ਵਾਰੀ ਸਾਰੀ ਜ਼ਿੰਦਗੀ ਸੁੱਤੇ ਰਹਿੰਦੇ, ਉੱਠਦੇ ਹੀ ਨਹੀਂ, ਜਾਗ ਹੀ ਨਹੀਂ ਆਉਂਦੀ, ਗਿਆਨ ਨਹੀਂ ਆਉਂਦਾ। ਹਜ਼ੂਰ ਮਹਾਰਾਜ ਕਹਿੰਦੇ ਉਸ ਨੀਂਦ ਦੇ ਵਿੱਚ, ਅਗਿਆਨਤਾ ਦੀ ਨੀਂਦ ਦੇ ਵਿੱਚ ਕਿੰਨੇ ਕੁ ਸੁੱਤੇ ਪਏ ਨੇ ਜੀ? ਸੁੱਤੜੇ ਅਸੰਖ, ਸੰਖਿਆ ਹੀ ਨਹੀਂ ਹੈ। ਮਾਇਆ ਝੂਠੀ ਕਾਰਨ ਹੈ।
ਅਸਲ ਜੋ ਕਰਨ ਆਇਆ ਸੰਸਾਰ ਤੇ ਉਹ ਚੇਤਾ ਭੁੱਲ ਗਿਆ। ਜਿਹੜੇ ਕੰਮਾਂ ਦਾ ਇਹਨੂੰ ਇੱਕ ਕੌਡੀ ਪਰ ਫਾਇਦਾ ਨਹੀਂ ਹੋਣਾ, ਉਹ ਕੰਮ ਦਿਨ ਰਾਤ ਕਰਦਾ। ਝੂਠਾ ਤਨ ਸਾਚਾ ਕਰ ਮੰਨਿਆ। ਸਰੀਰ ਇਹ ਨਾਸ਼ਵੰਤ ਹੈ, ਸਰੀਰ ਨਾਸ਼ਵਾਨ ਹੈ। ਸਰੀਰ ਨਾਲ ਨਹੀਂ ਜਾਣਾ, ਸਰੀਰ ਨਾਲ ਜੁੜੀ ਹੋਈ ਕੋਈ ਵਸਤੂ ਨਾਲ ਨਹੀਂ ਜਾਣੀ, ਪਰ ਫਿਰ ਵੀ ਹਰ ਵੇਲੇ ਕਲਪੀ ਜਾਂਦਾ, ਕਲਪੀ ਜਾਂਦਾ, ਰੋਈ ਜਾਂਦਾ, ਰੋਈ ਜਾਂਦਾ, ਮੇਰਾ ਕੁਝ ਨਹੀਂ ਬਣਿਆ, ਮੈਂ ਹੋਰ ਇਕੱਠਾ ਕਰਨਾ ਹੈ ਹਲੇ। ਮਾਰੇ ਕਹਿੰਦੇ ਗਿਆਨ ਨਹੀਂ ਆਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਕਹਿੰਦੇ ਨੇ, ਮਹਾਰਾਜ ਕਹਿੰਦੇ ਵੇਖੋ ਕੈਸੀ ਅਚਰਜ ਲੀਲਾ ਹੈ, ਅਚਰਜ ਖੇਡ ਹੈ, ਸਾਧੋ ਰਚਨਾ ਰਾਮ ਬਣਾਈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੂੰ ਸਮਰਪਿਤ ਹੋ ਕੇ ਇਹ ਸਮਾਗਮ ਆਪਾਂ ਕਰ ਰਹੇ ਹਾਂ ਤੇ ਕੋਸ਼ਿਸ਼ ਕਰੀਏ ਵੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਕੁਝ ਸਾਂਝ ਆਪ ਜੀ ਨਾਲ ਪਾਵਾਂ। ਮਾਰੇ ਕਹਿੰਦੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ। ਹੈਰਾਨ ਕਰ ਦੇਣ ਵਾਲੀ ਕਹਿੰਦੇ ਗੱਲ ਹੈ। ਇੱਕ ਬਿਨਸ ਰਿਹਾ ਹੈ, ਅੱਖੀਂ ਵੇਖਦਾ ਸੰਸਾਰ ਨੂੰ ਜਾਂਦੇ ਆ, ਫਲਾਨਾ ਤੁਰ ਗਿਆ, ਇੰਨੀ ਜ਼ਮੀਨ ਦਾ ਮਾਲਕ ਸੀ, ਇੰਨਾ ਪੈਸੇ ਦਾ ਮਾਲਕ ਸੀ, ਨਾ ਉਹਦਾ ਪੈਸਾ ਨਾਲ ਗਿਆ, ਨਾ ਉਹਦੀਆਂ ਜ਼ਮੀਨਾਂ ਨਾਲ ਗਈਆਂ, ਨਾ ਕੋਠੀਆਂ ਨਾਲ ਗਈਆਂ। ਦੇਖ ਲਿਆ ਨਾ ਜੀ, ਅੱਖੀਂ ਵੇਖਿਆ। ਪਰ ਕਹਿੰਦੇ ਵੇਖਣ ਵਾਲਾ ਆਪਣੇ ਆਪ ਨੂੰ ਸਥਿਰ ਮੰਨੀ ਬੈਠਾ ਹੈ, ਆਪਣੇ ਆਪ ਨੂੰ ਕਹਿੰਦਾ ਵੀ ਉਹ ਚਲਿਆ ਗਿਆ ਛੱਡ ਕੇ ਮੈਂ ਖਵਨੀ ਨਾਲ ਲਈ ਜਾਣਾ। ਇੱਕ ਬਿਨਸ ਹੈ, ਇੱਕ ਅਸਥਿਰ ਮਨ ਹੈ, ਆਪਣੇ ਆਪ ਨੂੰ ਅਸਥਿਰ ਮੰਨੀ ਬੈਠਾ ਹੈ, ਆਪਣੇ ਆਪ ਨੂੰ ਨਹੀਂ ਕਹਿੰਦਾ ਵੀ ਮੈਂ ਵੀ ਜਾਣਾ ਹੈ। ਬੈਰਾਗ ਆਉਂਦਾ ਥੋੜਾ ਚਿਰ। ਕਬੀਰ ਸਾਹਿਬ ਨੂੰ ਕੋਈ ਦਰਸ਼ਨ ਕਰਨ ਵਾਸਤੇ, ਮਿਲਣ ਵਾਸਤੇ ਕੋਈ ਪ੍ਰੇਮੀ ਆਇਆ, ਪਹਿਲੀ ਵਾਰੀ ਦਰਸ਼ਨ ਕਰਨੇ ਸੀ। ਮਾਤਾ ਲੋਈ ਜੀ ਆਖਦੇ ਨੇ ਉਹ ਤੇ ਸ਼ਮਸ਼ਾਨ ਘਾਟ ਗਏ ਨੇ, ਉੱਥੇ ਜਾ ਕੇ ਮਿਲ ਲੈ ਭਾਈ। ਕਹਿੰਦੇ ਮੈਂ ਕਦੇ ਦਰਸ਼ਨ ਨਹੀਂ ਕੀਤੇ, ਮੈਨੂੰ ਪਹਿਚਾਣ ਕਿੱਦਾਂ ਆਵੇਗੀ। ਮਾਤਾ ਲੋਈ ਨੇ ਸਿਰ ਤੇ ਹੱਥ ਰੱਖਿਆ, ਕਹਿੰਦੇ ਜਾ ਤੈਨੂੰ ਦ੍ਰਿਸ਼ਟੀ ਦੇ ਦਿੱਤੀ, ਜਦੋਂ ਸ਼ਮਸ਼ਾਨ ਘਾਟ ਵਿੱਚ ਜਾਏਗਾ ਨਾ, ਜਿਹਦੇ ਸਿਰ ਤੇ ਕਲਗੀ ਹੋਏਗੀ ਉਹ ਕਬੀਰ ਸਾਹਿਬ ਹੋਣਗੇ। ਇੱਕ ਦ੍ਰਿਸ਼ਟੀ ਹੁੰਦੀ ਹੈ, ਇੱਕ ਦਿਵ ਦ੍ਰਿਸ਼ਟ ਹੁੰਦੀ ਹੈ। ਕਹਿੰਦੇ ਦਿਵ ਦ੍ਰਿਸ਼ਟ ਤੈਨੂੰ ਦੇ ਦਿੱਤੀ, ਤੈਨੂੰ ਉਹ ਸੂਖਸ਼ਮ ਕਲਗੀ ਲੱਗੀ ਹੋਈ ਦਿਸੇਗੀ, ਕਲਗੀ ਤੇ ਪਛਾਣ ਲਈ। ਜਦੋਂ ਗਿਆ ਨਾ ਜੀ ਸ਼ਮਸ਼ਾਨ ਘਾਟ ਦੇ ਵਿੱਚ ਸਾਧ ਸੰਗਤ ਜੀ, ਹੁਣ ਦੂਰੋਂ ਵੇਖਦਾ ਉੱਥੇ ਜਿੰਨੇ ਖਲੋਤੇ ਐ ਉਹਨਾਂ ਚੋਂ ਅੱਧਿਆਂ ਨਾਲੋਂ ਜ਼ਿਆਦਿਆਂ ਦੇ ਕਲਗੀਆਂ ਲੱਗੀਆਂ ਹੋਈਆਂ ਦਿਸ ਰਹੀਆਂ, ਅੱਧਿਆਂ ਨਾਲੋਂ ਜ਼ਿਆਦਿਆਂ ਦੇ ਕਲਗੀਆਂ ਲੱਗੀਆਂ ਹੋਈਆਂ ਦਿਸ ਰਹੀਆਂ। ਬੜਾ ਹੈਰਾਨ ਹੋਇਆ ਵੀ ਕਿਵੇਂ ਪਤਾ ਲੱਗੇ ਵੀ ਕਬੀਰ ਸਾਹਿਬ ਕਿਹੜੇ ਨੇ, ਇੱਥੇ ਤੇ ਅੱਧਿਆਂ ਤੋਂ ਵੱਧ ਦੇ ਕਲਗੀਆਂ ਲੱਗੀਆਂ ਹੋਈਆਂ। ਸ਼ਮਸ਼ਾਨ ਘਾਟ ਦੇ ਬਾਹਰਲੇ ਪਾਸੇ ਖੜਾ ਹੋ ਕੇ ਇੰਤਜ਼ਾਰ ਕਰਨ ਲੱਗ ਪਿਆ। ਜਿਹਦਾ ਸੰਸਕਾਰ ਕਰਨ ਗਏ ਹੋਏ ਸੀ ਜੀ, ਉਹਨਾਂ ਨੇ ਹੁਣ ਲਾਂਬੂ ਲਾਇਆ, ਹੌਲੀ ਹੌਲੀ ਆਪਣੇ ਨਿਯਮ ਅਨੁਸਾਰ ਪਿੱਛੇ ਹਟਣਾ ਸ਼ੁਰੂ ਹੋ ਗਏ। ਜਿੱਦਾਂ ਜਿੱਦਾਂ ਸ਼ਮਸ਼ਾਨ ਘਾਟ ਚੋਂ ਬਾਹਰ ਆਈ ਜਾਂਦੇ ਨੇ, ਸਿਰ ਤੇ ਲੱਗੀਆਂ ਹੋਈਆਂ ਕਲਗੀਆਂ ਗਾਇਬ ਹੋਈ ਜਾਂਦੀਆਂ। ਕੋਈ 2 ਪੈਰ ਤੁਰ ਕੇ, ਕੋਈ 4 ਪੈਰ ਤੁਰ ਕੇ, ਜਿੱਦਾਂ ਜਿੱਦਾਂ ਕਲਗੀਆਂ ਗਾਇਬ ਹੋਈ ਜਾਂਦੀਆਂ ਨੇ, ਸਮਝ ਲੱਗੀ ਜਾਂਦੀ ਹੈ ਵੀ ਇਹ ਵੀ ਕਬੀਰ ਨਹੀਂ, ਇਹ ਵੀ ਕਬੀਰ ਸਾਹਿਬ ਨਹੀਂ। ਹੁਣ ਇੱਕ ਦੇ ਕਲਗੀ ਰਹਿ ਗਈ, ਬਾਕੀ ਸਾਰਿਆਂ ਦੇ ਵੀ ਕਲਗੀਆਂ ਗਾਇਬ ਹੋ ਗਈਆਂ। ਹੁਣ ਉਹਨਾਂ ਦੇ ਜਾ ਕੇ ਚਰਨ ਫੜ ਲਏ। ਆਪ ਜੀ ਕਬੀਰ ਸਾਹਿਬ ਉਹ ਕਹਿੰਦੇ ਹਾਂ, ਕਹਿੰਦੇ ਮਹਾਰਾਜ ਮੈਨੂੰ ਮਾਤਾ ਲੋਈ ਨੇ ਇੱਥੇ ਭੇਜਿਆ, ਪਰ ਆ ਜਿਹੜੀ ਪਛਾਣ ਦੱਸੀ ਸੀ ਵੀ ਜਦੋਂ ਮੈਂ ਆਇਆ ਉਦੋਂ ਇੱਥੇ ਅੱਧ ਤੋਂ ਵੱਧ ਜਿੰਨੇ ਮੈਂ ਵੇਖੇ ਉਹਨਾਂ ਦੇ ਕਲਗੀਆਂ ਲੱਗੀਆਂ ਹੋਈਆਂ ਸੀ, ਹੁਣ ਤੁਹਾਡੀ ਹੀ ਹੈ ਇਕੱਲੀ ਲੱਗੀ ਹੋਈ, ਇਹ ਕੀ ਗੱਲ। ਕਬੀਰ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਪ੍ਰੇਮੀਆਂ ਤੈਨੂੰ ਲੋਈ ਨੇ ਦਿਵ ਦ੍ਰਿਸ਼ਟ ਦੇ ਕੇ ਭੇਜਿਆ ਸੀ। ਜਿਹੜੀ ਕਲਗੀ ਤੈਨੂੰ ਇੱਥੇ ਅੱਧਿਆਂ ਤੋਂ ਵੱਧ ਦੇ ਸਿਰ ਤੇ ਲੱਗੀ ਹੋਈ ਦਿਸ ਰਹੀ ਸੀ, ਉਹ ਬੈਰਾਗ ਦੀ ਕਲਗੀ ਸੀ। ਜਿਸ ਵੇਲੇ ਮ੍ਰਿਤਕ ਸਰੀਰ ਦੇ ਅਗਨ ਭੇਟ ਕਰਨ ਦੀ ਤਿਆਰੀ ਚੱਲ ਰਹੀ ਸੀ, ਉਸ ਵੇਲੇ ਸਾਰਿਆਂ ਦੇ ਮਨ ਬੈਰਾਗੀ ਸਨ। ਸਾਰਿਆਂ ਦੇ ਮਨ ਦੇ ਵਿੱਚ ਬੈਰਾਗ ਆਇਆ ਹੋਇਆ ਸੀ ਵੀ ਅਸੀਂ ਵੀ ਇੱਕ ਦਿਨ ਤੁਰ ਜਾਣਾ, ਅਸੀਂ ਵੀ ਚਲੇ ਜਾਣਾ ਇੱਕ ਦਿਨ ਸੰਸਾਰ ਤੋਂ। ਬੈਰਾਗ ਸੀ ਮਨ ਦੇ ਵਿੱਚ, ਇਸ ਕਰਕੇ ਉਹ ਸਾਰਿਆਂ ਦੇ ਕਲਗੀ ਤੈਨੂੰ ਦਿਸ ਰਹੀ ਸੀ। ਜਿੰਨਿਆਂ ਦੇ ਦਿਸ ਰਹੀ ਸੀ ਉਹਨਾਂ ਦਾ ਮਨ ਬੈਰਾਗੀ ਸੀ। ਪਰ ਕਹਿੰਦੇ ਹੁਣ ਉਹ ਆਪਣੇ ਤਨ ਦੀ ਅਸਥਿਰਤਾ ਜਿਹੜੀ ਹੈ, ਜਿਹੜੀ ਉਸ ਵੇਲੇ ਮਹਿਸੂਸ ਹੋ ਰਹੀ ਸੀ ਵੀ ਇਹ ਤੁਰ ਗਿਆ, ਮੈਂ ਵੀ ਤੁਰ ਜਾਣਾ ਹੈ, ਉਹ ਹੌਲੀ ਹੌਲੀ ਜਿੱਦਾਂ ਪਿੱਠ ਦਿੱਤੀ ਚਿਖਾ ਨੂੰ, ਸ਼ਮਸ਼ਾਨ ਘਾਟ ਨੂੰ ਪਿੱਠ ਦਿੱਤੀ, ਸੰਸਾਰ ਫੇਰ ਚੇਤੇ ਆਉਣ ਲੱਗ ਪਿਆ। ਫੇਰ ਉਹੀ ਗੱਲ ਮਨ ਦੇ ਵਿੱਚ ਆਉਣ ਲੱਗ ਪਈ ਵੀ ਨਹੀਂ ਉਹ ਚਲਿਆ ਗਿਆ, ਜਿਹਨੂੰ ਫੂਕਿਆ ਇਹ ਮੈਂ ਥੋੜ੍ਹਾ ਜਾਣਾ ਹੈ।
ਮੇਰਾ ਤਾਂ ਅਜੇ ਸਮਾਂ ਬੜਾ ਰਹਿੰਦਾ ਹੈ। ਉਹ ਜਿੱਦਾਂ ਜਿੱਦਾਂ ਬੈਰਾਗ ਅੰਦਰੋਂ ਖਤਮ ਹੋਇਆ, ਕਹਿੰਦੇ ਉਹ ਕਲਗੀਆਂ ਉੱਡ ਗਈਆਂ। ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਰੱਬ ਨੂੰ ਹਾਜ਼ਰ ਜਾਣਦੇ ਨੇ, ਉਹ ਆਪਣੇ ਤਨ ਨੂੰ ਅਸਥਿਰ ਜਾਣਦੇ ਨੇ। ਉਹ ਕਹਿੰਦੇ ਨੇ ਇਹ ਸਮਾਂ ਹੀ ਹੈ, ਲਾਹਾ ਹੀ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ ਇਹ ਸਮਾਂ ਹੀ ਹੈ, ਇਹ ਬੀਤ ਜਾਣਾ ਹੈ। ਇਹ ਸਵਾਸ ਪੂੰਜੀ ਗਿਣਤੀ ਗਿਣਤੀ ਮਿਣਤੀ, ਗਿਣਤੀ ਵਿੱਚ ਜਿਹੜੀ ਵਸਤੂ ਹੋਵੇ ਉਹ ਤਾਂ ਘਟਦੀ ਹੋਈ ਹੈ ਨਾ ਜੀ, ਘਟਦੀ ਹੈ ਨਾ ਜੀ। ਤੇ ਫਿਰ ਜਦੋਂ ਆਪਾਂ ਸੰਸਾਰ ਤੋਂ ਕੂਚ ਕਰ ਜਾਂਦੇ ਆ, ਫਿਰ ਇਸ ਜਿੰਦ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹਜੂਰ ਤਾਂ ਹੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਦੀ ਸ਼ਰਨ ਵਿੱਚ ਆ ਜਾ। ਜੇ ਭਗਤੀ ਮਾਰਗ ਨੂੰ ਛੱਡ ਕੇ ਬੁਰੇ ਕਰਮਾਂ ਵਿੱਚ ਫਸੇਗਾ ਤੇ ਯਾਦ ਰੱਖੀ, ਤਾਹਾਂ ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਣ ਸਿਰ ਤੇ। ਤਾਹਾਂ ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਣ ਸਿਰ ਤੇ। ਤਾਹਾਂ ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਣ ਸਿਰ ਤੇ। ਤਾਹਾਂ ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਣ ਸਿਰ ਤੇ। ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਣ ਸਿਰ ਤੇ। ਤਾਹਾਂ ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਣ ਸਿਰ ਤੇ। ਤਾਹਾਂ ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਣ ਸਿਰ ਤੇ। ਤਾਹਾਂ ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਣ ਸਿਰ ਤੇ। ਤਾਹਾਂ ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਣ ਸਿਰ ਤੇ। ਤਾਹਾਂ ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਣ ਸਿਰ ਤੇ। ਤਾਹਾਂ ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਣ ਸਿਰ ਤੇ। ਤਾਹਾਂ ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਣ ਸਿਰ ਤੇ। ਜਦੋਂ ਕਰਮ ਕਰਦਾ ਹੈ ਨਾ ਜੀ, ਉਸ ਵੇਲੇ ਇਹ ਰੱਬ ਨੂੰ ਬੜਾ ਦੂਰ ਸਮਝਦਾ ਹੈ। ਉਸ ਵੇਲੇ ਕਹਿੰਦਾ ਕਿਸੇ ਨੇ ਕਿਹੜਾ ਵੇਖਿਆ। ਦੇ ਕਿਵਾੜ ਅਨਕ ਪਰਦੇ ਮੈਂ ਪਰਦਾਰਾ ਸੰਗ ਫਾਕਾ ਹੈ। ਚਿੱਤਰਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕਾ। ਬੁਰੇ ਕਰਮ ਕਰਨ ਲੱਗਿਆ ਕਹਿੰਦਾ ਪੜਦਾ ਹੈ, ਕਿਸੇ ਨੂੰ ਪਤਾ ਨਹੀਂ ਲੱਗਿਆ। ਆ ਤੁਸੀਂ ਵੱਡੇ ਵੱਡੇ ਸ਼ਾਪਿੰਗ ਮਾਲਾਂ ਦੇ ਵਿੱਚ ਦੇਖਦੇ ਹੋ ਨਾ, ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ। ਉਹ ਸਰੀਰ ਦੁਆਰਾ ਕੀਤੀ ਹਰ ਹਰਕਤ, ਜਿੱਥੇ ਤੱਕ ਉਹਦਾ ਵਿਊ ਸੈੱਟ ਕੀਤਾ ਹੁੰਦਾ ਨਾ ਜੀ, ਉਹਦੇ ਵਿੱਚ ਉਹ ਰਿਕਾਰਡ ਹੋਈ ਜਾਂਦਾ ਹੈ। ਪਰ ਉਹਦੇ ਵਿਊ ਤੋਂ ਬਾਹਰ ਜੇ ਕੋਈ ਕੰਮ ਕਰਦਾ, ਉਹ ਨਹੀਂ ਉਹਦੇ ਵਿੱਚ ਰਿਕਾਰਡ ਹੁੰਦਾ। ਸਰੀਰ ਦੁਆਰਾ ਕੀਤੀ ਹਰਕਤ ਰਿਕਾਰਡ ਕਰ ਸਕਦਾ ਹੈ, ਪਰ ਇੱਕ ਸੀਸੀਟੀਵੀ ਕੈਮਰਾ ਪ੍ਰਮਾਤਮਾ ਵੱਲੋਂ ਸਾਡੇ ਸਾਰਿਆਂ ਤੇ ਹਰ ਵੇਲੇ ਫਿੱਟ ਹੈ। ਹਰ ਵੇਲੇ ਚੰਗਾ ਕਰਦੇ ਆ ਮਾੜਾ ਕਰਦੇ ਆ, ਉਹ ਸਾਰਾ ਨੋਟ ਹੋਈ ਜਾਂਦਾ ਨਾਲੋਂ ਨਾਲ। ਆਪਾਂ ਕਹੀਏ ਨਹੀਂ ਨਹੀਂ, ਮਰ ਸੱਚੇ ਪਾਤਸ਼ਾਹ ਕਹਿੰਦੇ ਨੇ ਚੇਤਾ ਰੱਖੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬੈ। ਲੇਖਾ ਮੰਗਣਾ ਉਹਨੇ ਤੇਰਾ, ਇੱਕ ਇੱਕ ਕਰਮ ਲਿਖਿਆ ਜਾ ਰਿਹਾ ਜੋ ਤੂੰ ਕਰਦਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਤੁਸੀਂ ਸੌਣ ਵੇਲੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹੋ ਨਾ, ਤੇ ਆਖਰੀ ਸ਼ਬਦ ਬੜੇ ਪਿਆਰ ਦੇ ਨਾਲ ਸਹਿਜ ਨਾ ਪੜਿਆ ਕਰੋ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਹੜੇ ਪਿਆਰ ਦਾ ਬਚਨ ਕਰਦੇ, ਕਰੋ ਬੇਨੰਤੀ। ਤੁਹਾਨੂੰ ਸੌਣ ਲੱਗਿਆ ਮਾਰੇ ਕਹਿੰਦੇ ਮੈਂ ਬੇਨਤੀ ਕਰਨਾ ਹੈ, ਬੇਨਤੀ ਤਰਲਾ ਹੈ ਤੁਹਾਡੇ ਅੱਗੇ, ਸੁਣੋ ਮੇਰੇ ਮੀਤਾ। ਮੇਰੇ ਮਿੱਤਰ ਸੁਣ ਤਾਂ ਸਹੀ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ ਵੇਲਾ ਤੇਰਾ। ਜੇ ਆਖੇ ਕਿਸੇ ਹੋਰ ਜੂਨ ਦੇ ਵਿੱਚ ਆ ਕੇ ਫਿਰ ਸੇਵਾ ਕਰ ਲਏਗਾ ਸੰਗਤਾਂ ਦੀ, ਤੇ ਨਹੀਂ ਹੋਣੀ। ਹੋਰ ਕਿਸੇ ਜੂਨ ਵਿੱਚ ਆ ਕੇ ਗੁਰੂ ਵਾਲਾ ਬਣ ਜਾਏਗਾ ਤੇ ਨਹੀਂ ਬਣਿਆ ਜਾਣਾ।
ਹੋਰ ਕਿਸੇ ਜੂਨ ਦੇ ਵਿੱਚ ਆ ਕੇ ਸਿਮਰਨ ਕਰ ਲੇਗਾ ਤੇ ਨਹੀਂ ਹੋਣਾ। ਇਹ ਵੇਲਾ ਹੈ, ਇਹ ਸਮਾਂ ਹੈ। ਇਸ ਪੌੜੀ ਤੇ ਜੋ ਨਰ ਚੁੱਕੈ ਤੇ ਆਏ ਜਾਏ ਦੁੱਖ ਪਾਏਗਾ। ਇਹ ਡੰਡਾ ਪੌੜੀ ਇੱਕ ਵਾਰੀ ਛੁੱਟ ਗਿਆ ਨਾ, ਇਹ ਪੌੜੀ ਦਾ ਡੰਡਾ, ਬਸ ਫੇਰ ਜੰਮਦਾ ਰਹੇਗਾ, ਮਰਦਾ ਰਹੇਗਾ। ਯੁੱਗਾਂ ਦੇ ਯੁੱਗ ਬੀਤ ਜਾਣਗੇ, ਅਰਬਾਂ ਖਰਬਾਂ ਸਾਲ ਲੱਗ ਜਾਣਗੇ ਮੁੜ ਕੇ 84 ਭੁਗਤਣ, ਮੁੜ ਕੇ ਫੇਰ ਵੀ ਦੇਹੀ ਮਿਲੇ ਨਾ ਮਿਲੇ ਕੋਈ ਪਤਾ ਨਹੀਂ। ਤਾਂ ਤੇ ਹਜ਼ੂਰ ਮਹਾਰਾਜ ਕਹਿੰਦੇ ਨੇ ਸਮਝ ਇਸ ਬਾਤ ਨੂੰ, ਜਾਣ ਲੈ, ਜਾਣ ਲੈ, ਤੇਰਾ ਬੜਾ ਕੀਮਤੀ ਸਮਾਂ, ਬੜਾ ਕੀਮਤੀ ਸਮਾਂ। ਕਰਮ ਕਰਨ ਲੱਗਿਆਂ ਕਹਿੰਦਾ ਮੈਨੂੰ ਕਿਹੜਾ ਕਿਸੇ ਨੇ ਵੇਖਿਆ, ਪਰ ਜਦੋਂ ਭੁਗਤਣਾ ਪੈਂਦਾ ਫਿਰ ਹੁੰਦਾ ਹੈ। ਕਹਿੰਦਾ ਮੈਂ ਤੇ ਕੀਤਾ ਹੀ ਕੁਝ ਨਹੀਂ, ਪਰ ਉਹਦੇ ਦਰ ਤੇ ਇਨਸਾਫ ਹੈ। ਮਾਰੇ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੈ ਦੂਜਿਆਂ ਨੂੰ ਕਾਹਤੇ ਦੋਸ਼ ਦਿੰਦਾ, ਮੈਂ ਫਲਾਣੇ ਕਰਕੇ ਦੁਖੀ ਆ, ਉਹਨੇ ਮੈਨੂੰ ਦੁਖੀ ਕੀਤਾ। ਨਹੀਂ, ਇਦਾਂ ਆਖਿਆ ਕਰ ਮੇਰੇ ਆਪਣੇ ਕਰਮ ਮਾੜੇ ਨੇ ਜਿਨ੍ਹਾਂ ਨੇ ਮੈਨੂੰ ਦੁਖੀ ਕੀਤਾ। ਮੈਂ ਪੂਰਬਲੇ ਸਮੇਂ ਦੇ ਵਿੱਚ ਕੋਈ ਐਸੀ ਖੇਤੀ ਬੀਜੀ ਹੋਈ ਹੈ, ਐਸੀ ਫਸਲ ਬੀਜੀ ਹੋਈ ਹੈ ਜਿਹੜੀ ਮੈਨੂੰ ਵੱਢਣੀ ਪੈ ਰਹੀ ਹੈ। ਸਾਰੇ ਆਪੋ ਆਪਣੇ ਕਰਮਾਂ ਦੀ ਖੇਤੀ, ਕਰਮਾਂ ਦੀ ਫਸਲ ਵੱਢਦੇ ਆ ਆਪਾਂ। ਹਜ਼ੂਰ ਮਹਾਰਾਜ ਕਹਿੰਦੇ ਨੇ ਕਰਮਾਂ ਦੀ ਖੇਤੀ, ਇਹ ਫਸਲ, ਤੇਰੇ ਕਰਮ ਖਤਮ ਹੋ ਸਕਦੇ ਐ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹੇ ਸਿਮਰਤ ਗਨਕਾ ਸੀ ਉਧਰੀ ਗਨਕਾ, ਸਾਰੀ ਜ਼ਿੰਦਗੀ ਦੇ ਪਾਪ ਕਰਮ ਕਰਨ ਵਾਲੀ ਉਧਾਰ ਹੋ ਗਿਆ, ਉਹਦਾ ਭਲਾ ਹੋ ਗਿਆ। ਸੱਚਖੰਡ ਚਲੀ ਗਈ, ਗਈ ਬੈਕੁੰਠ ਬਿਵਾਨ, ਚੜ ਨਰਕਾਂ ਵਿੱਚ ਨਾ ਖਾਧੋ ਸੁਗੋਤਾ। ਜਦੋਂ ਮਹਾਂਪੁਰਖਾਂ ਨੂੰ ਉਹਦੇ ਤੇ ਤਰਸ ਆ ਗਿਆ, ਦਇਆ ਆ ਗਈ, ਉਹਦੇ ਮਾੜੇ ਕਰਮ ਵੇਖ ਕੇ ਮਹਾਂਪੁਰਖਾਂ ਨੂੰ ਤਰਸ ਆਇਆ, ਦਇਆ ਆਈ। ਮਹਾਂਪੁਰਖ ਕਹਿੰਦੇ ਬੱਚੀ ਇਹ ਜੀਵਨ ਤਾਂ ਬੜਾ ਕੀਮਤੀ ਸੀ, ਤੈਂ ਕਿਹੜੇ ਪਾਸੇ ਲਾ ਲਿਆ। ਚੰਗੀ ਸੰਗਤ ਹੀ ਚੰਗੇ ਗੁਣ ਬਖਸ਼ਦੀ ਹੈ, ਜੇ ਚੰਗੀ ਸੰਗਤ ਨਾ ਕਰੀਏ ਤੇ ਜੀਵਨ ਮਾੜੇ ਪਾਸੇ ਚਲਿਆ ਜਾਂਦਾ ਹੈ। ਜੀਵਨ ਮਾੜੇ ਪਾਸੇ ਆਪਣੇ ਆਪ ਚਲਿਆ ਜਾਂਦਾ। ਮਹਾਰਾਜ ਨੇ ਇਸੇ ਕਰਕੇ ਸਤਸੰਗ ਦੀ ਵਡਿਆਈ ਕੀਤੀ ਨਾ ਜੀ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਵਾਹੋ। ਸਾਖਤ ਸੰਗ ਨਾ ਕੀਜੀਐ ਜਾਂਤੇ ਹੋਏ ਬਿਨਾ। ਮਾਰੇ ਕਹਿੰਦੇ ਰੱਬ ਨਾਲੋਂ ਟੁੱਟਿਆਂ ਹੋਇਆਂ ਦੀ ਸੰਗਤ ਨਾ ਕਰੀ, ਉਹਨਾਂ ਦੀ ਸੰਗਤ ਵਿੱਚ ਨਾ ਬੈਠੀ। ਤੇਰਾ ਭਲਾ ਹੋਵੇਗਾ ਜੇ ਤੂੰ ਜੁੜਿਆਂ ਹੋਇਆਂ ਦੀ ਸੰਗਤ ਕਰੇਗਾ। ਸੰਗ ਸੰਤਾਂ ਦਾ ਕੁੱਲਾਂ ਨੂੰ ਤਾਰਦਾ, ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਇਹ ਵੀ ਗੱਲ ਨਾਲ ਹੈ, ਰੱਬ ਦੇ ਪਿਆਰਿਆਂ ਦੀ ਸੰਗਤ ਐਵੇਂ ਨਹੀਂ ਮਿਲਦੀ ਜੀ, ਬਹੁਤ ਵੱਡੇ ਭਾਗ ਹੋਣ ਤਾਂ ਮਿਲਦੀ ਹੈ ਜੀ। ਸੰਗ ਸੰਤਾਂ ਦਾ ਕੁੱਲਾਂ ਨੂੰ ਤਾਰੇ ਤੇ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਸੰਗ ਸੰਤਾਂ ਦਾ ਕੁੱਲਾਂ ਨੂੰ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਸੰਗ ਸੰਤਾਂ ਦਾ ਕੁੱਲਾਂ ਨੂੰ ਤਾਰੇ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਸੰਗ ਸੰਤਾਂ ਦਾ ਕੁੱਲਾਂ ਨੂੰ ਤਾਰੇ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਸੰਤਾਂ ਦਾ ਕੁੱਲਾਂ ਨੂੰ ਤਾਰੇ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਹਰੇ ਜੀ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਹਰੇ ਜੀ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਪਿਆਰੇ ਜੀ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਪਿਆਰੇ ਜੀ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਪਿਆਰੇ ਜੀ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਸੰਗ ਸੰਤਾਂ ਦਾ ਕੁੱਲਾਂ ਨੂੰ ਤਾਰੇ, ਸੰਗ ਸੰਤਾਂ ਦਾ ਕੁੱਲਾਂ ਨੂੰ ਤਾਰੇ। ਸੰਗ ਸੰਤਾਂ ਦਾ ਕੁੱਲਾਂ ਨੂੰ ਤਾਰੇ। ਸੰਗ ਸੰਤਾਂ ਦਾ ਕੁੱਲਾਂ ਨੂੰ ਤਾਰੇ।
ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਅੰਗ ਸੰਤਾਂ ਦਾ ਗੁਨਾਹ ਨੂੰ ਤਾਰੇ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਅੰਗ ਸੰਤਾਂ ਦਾ ਗੁਨਾਹ ਨੂੰ ਤਾਰੇ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਅੰਗ ਸੰਤਾਂ ਦਾ ਗੁਨਾਹ ਨੂੰ ਤਾਰੇ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਅੰਗ ਸੰਤਾਂ ਦਾ ਗੁਨਾਹ ਨੂੰ ਤਾਰੇ ਮਿਲਦਾ ਵੱਡੇ ਭਾਗਾਂ ਵਾਲਿਆਂ ਨੂੰ। ਸੰਗਤ ਕਰੀਏ ਸਾਧ ਕੀ ਅੰਤ ਕਰੈ ਨਿਰਵਾਹੁ ਸਾਖਤ ਸੰਗ ਨ ਕੀਜੀਐ ਜਾਣਤੇ ਹੋਏ ਬਿਨਾ। ਚੰਗੀ ਸੰਗਤ ਚੰਗੇ ਗੁਣ ਬਖਸ਼ਦੀ ਹੈ, ਚੰਗਾ ਜੀਵਨ ਬਣਾ ਦਿੰਦੀ ਹੈ। ਮਹਾਂਪੁਰਸ਼ਾਂ ਨੇ ਸਮਝਾਇਆ, ਕਹਿੰਦੇ ਬੱਚੀ ਇਹ ਜੀਵਨ ਤਾਂ ਬੜਾ ਕੀਮਤੀ ਸੀ, ਬੜਾ ਅਮੋਲਕ ਸੀ, ਤਾਂ ਐਵੇਂ ਗਵਾ ਲਿਆ। ਹੁਣ ਬੰਦਗੀ ਵਾਲਿਆਂ ਦੇ ਪ੍ਰਵਚਨਾਂ ਦਾ ਅਸਰ ਪੈਂਦਾ ਜੀ। ਪ੍ਰਚਾਰ ਕਰਨਾ, ਗੁਰਮਤ ਦੀਆਂ ਗੁਰੂ ਵਾਲੀਆਂ ਗੱਲਾਂ ਸੁਣਾਉਣੀਆਂ, ਧਾਰਮਿਕ ਬਿਰਤੀ ਵਾਲੀਆਂ ਗੱਲਾਂ ਸੁਣਾਉਣੀਆਂ, ਪਰ ਆਪਣਾ ਜੀਵਨ ਧਾਰਮਿਕ ਨਾ ਹੋਣਾ। ਮਹਾਰਾਜ ਪਤਾ ਇਹਨੂੰ ਕੀ ਕਹਿੰਦੇ? ਮਹਾਰਾਜ ਕਹਿੰਦੇ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਮਹਾਰਾਜ ਕਹਿੰਦੇ ਉਪਦੇਸ਼ ਕਰਦਾ ਹੈ ਪਰ ਆਪ ਨਹੀਂ ਕਮਾਉਂਦਾ, ਆਪ ਨਹੀਂ ਚੱਲਦਾ ਉਹਦੇ ਤੇ। ਉਹਦੇ ਉਪਦੇਸ਼ ਦਿੱਤਿਆਂ ਕਿਸੇ ਦਾ ਕੀ ਭਲਾ ਹੋਏਗਾ ਜਦ ਤੱਕ ਖੁਦ ਕਮਾਈ ਨਹੀਂ ਕਰਦਾ। ਸੰਤ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦਾ ਇੱਕ ਬਚਨ ਬੜਾ ਆਮ ਸੁਣਨ ਵਿੱਚ ਆਉਂਦਾ। ਕਹਿੰਦੇ ਇੱਕ ਮਾਤਾ ਮਹਾਂਪੁਰਸ਼ਾਂ ਕੋਲ ਗਈ, ਆਪਣੇ ਬੱਚੇ ਨੂੰ ਨਾਲ ਲੈ ਕੇ ਗਈ। ਬਾਬਾ ਜੀ ਮੇਰਾ ਬੇਟਾ ਗੁੜ ਬੜਾ ਖਾਂਦਾ। ਕਹਿੰਦੇ ਬੀਬੀ ਫੇਰ ਲੈ ਕੇ ਆਈ ਅਗਲੇ ਹਫਤੇ। ਅਗਲੇ ਹਫਤੇ ਫੇਰ ਬੀਬੀ ਬੇਟੇ ਨੂੰ ਲੈ ਕੇ ਗਈ। ਬਾਬਾ ਜੀ ਮੇਰਾ ਬੱਚਾ ਗੁੜ ਬਹੁਤ ਖਾਂਦਾ। ਕਹਿੰਦੇ ਅਗਲੇ ਫੇਰ ਹਫਤੇ ਲੈ ਕੇ ਆਏ। 2 ਹਫਤੇ ਲਗਾ ਦਿੱਤੇ ਜੀ। ਫੇਰ ਮਾਤਾ ਲੈ ਕੇ ਆਈ ਬੱਚੇ ਨੂੰ, ਫੇਰ ਉਹੀ ਬੇਨਤੀ, ਜੀ ਇਹ ਗੁੜ ਬਹੁਤ ਖਾਂਦਾ। ਸੰਤਾਂ ਨੇ ਕੋਲ ਬਿਠਾ ਕੇ ਆਖਿਆ ਬੇਟਾ ਗੁੜ ਨਹੀਂ ਖਾਈਦਾ, ਬਹੁਤਾ ਨੁਕਸਾਨ ਹੁੰਦਾ। ਉਹ ਕਹਿੰਦਾ 7 ਵਜਨ ਜੀ। ਬੀਬੀ ਕਹਿੰਦੀ ਜੇ ਇੰਨੀ ਗੱਲ ਕਹਿਣੀ ਸੀ ਪਹਿਲਾਂ 2 ਗੇੜੇ ਲੱਗ ਕੇ ਪਹਿਲਾਂ ਕਹਿ ਦਿੰਦੇ, ਇੰਨੀ ਗੱਲੇ ਕਹਿਣੀ ਸੀ। ਤੇ ਸੰਤ ਮਹਾਰਾਜ ਮਸਤੂਆਣੇ ਵਾਲੇ ਕਹਿੰਦੇ ਬੀਬੀ ਜਿੱਦਣ ਤੂੰ ਪਹਿਲੇ ਦਿਨ ਆਈ ਸੀ ਨੇ ਉਦਣ ਗੁੜ ਮੈਂ ਵੀ ਖਾਂਦਾ ਸੀ। ਪਹਿਲਾਂ ਹੌਲੀ ਹੌਲੀ ਮੈਂ ਛੱਡਿਆ ਤੇ ਫੇਰ ਇਹਨੂੰ ਆਖਿਆ। ਹੁਣ ਸਾਡਾ ਹਾਲ, ਸਾਡਾ ਮੈਂ ਆਪ ਦੀ ਗਿਣਤੀ ਕਰਦਾ ਵੀ ਸਾਡਾ ਹਾਲ ਇਹ ਹੈ ਵੀ ਅਸੀਂ ਤੁਹਾਨੂੰ ਇਹ ਉਪਦੇਸ਼ ਦੇਣਾ ਵੀ ਉਹਦੇ ਵਿੱਚੋਂ ਆਪਣੇ ਲਈ ਆਪ ਕਮਾਉਣੇ ਜਾਂ ਨਹੀਂ ਕਮਾਉਣੇ ਗੁਰੂ ਸੱਚੇ ਪਾਤਸ਼ਾਹ ਹੀ ਜਾਣਦੇ। ਤੇ ਜੇ ਉਹ ਕਮਾਈ ਨਹੀਂ ਹੈ ਸਾਡੇ ਜੀਵਨ ਦੇ ਵਿੱਚ, ਫੇਰ ਮਾਰੇ ਕਹਿੰਦੇ ਅਵਰਾ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ, ਖਾਇਆ ਘਰ ਕਾ ਖੇਤ। ਦੂਜੇ ਦੀ ਫਸਲ ਦੀ ਰਾਖੀ ਬੈਠਾ ਪਰ ਆਪਣੀ ਫਸਲ ਉਜੜੀ ਪਈ। ਐ ਹਾਲ ਹੋ ਜਾਂਦਾ ਸਾਡਾ ਬਹੁਤਿਆਂ ਦਾ। ਤਾਂ ਫਿਰ ਉਹਦਾ ਕੀ ਹੁੰਦਾ ਜੀ? ਉਹਦੇ ਨਾਲ ਫਿਰ ਸਰੋਤੇ ਦੇ ਉੱਤੇ, ਸੁਣਨ ਵਾਲੇ ਦੇ ਉੱਤੇ ਅਸਰ ਨਹੀਂ ਹੁੰਦਾ। ਪਰ ਜਿਨ੍ਹਾਂ ਦੀ ਕਮਾਈ ਹੁੰਦੀ ਹੈ, ਬਾਣੀ ਉਚਰ ਹੈ ਸਾਧ ਜਾਨ ਆਮਿਓ ਚੱਲ ਹੈ ਚਰਨੇ। ਕਮਾਈ ਵਾਲੇ ਸਾਧੂ ਜਦੋਂ ਬੋਲਦੇ ਐ ਐਂ ਲੱਗਦਾ ਵੀ ਮੁਖੜੇ ਵਿੱਚੋਂ ਸ਼ਹਿਦ ਦੇ ਝਰਨੇ ਫੁੱਟ ਰਹੇ। ਮਿੱਠੇ ਬਚਨ ਲੱਗਦੇ ਉਹਨਾਂ ਦੇ, ਮਿੱਠੇ ਪਿਆਰੇ ਬੋਲ ਲੱਗਦੇ ਉਹਨਾਂ ਦੇ ਮੁਖ ਤੋਂ ਨਿਕਲੀ ਹੋਈ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ। ਅੰਮ੍ਰਿਤ ਵਰਗੀ ਮਿੱਠੀ ਬਾਣੀ ਲੱਗਦੀ ਉਹਨਾਂ ਨੂੰ, ਮਿੱਠੇ ਬੋਲ ਲੱਗਦੇ ਉਹਨਾਂ ਨੂੰ। ਅੱਛਾ ਜੀ, ਉਹਨਾਂ ਦੇ ਬਚਨਾਂ ਦਾ ਫਿਰ ਅਸਰ ਹੁੰਦਾ ਹੈ, ਜੀਵਨ ਪਲਟਾ ਖਾ ਜਾਂਦਾ ਹੈ ਉਹਨਾਂ ਦੇ ਬਚਨਾਂ ਦੇ ਨਾਲ। ਹੁਣ ਸੰਤ ਜੀ ਨੇ ਸਮਝਾਉਣਾ ਕਰਿਆ ਗਨਕਾ ਨੂੰ, ਬੇਟਾ ਇਹ ਜੀਵਨ ਬੜਾ ਕੀਮਤੀ ਸੀ, ਗਵਾ ਲਿਆ। ਜਿੰਨਾ ਚਿਰ ਤੱਕ ਸਾਨੂੰ ਆਪ ਦੇ ਬਾਰੇ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਗਲਤ ਹਾਂ, ਅਸੀਂ ਸਹੀ ਹੋਣ ਬਾਰੇ ਸੋਚ ਹੀ ਨਹੀਂ ਸਕਦੇ। ਆਪਾਂ ਸਹੀ ਹੋਣ ਬਾਰੇ ਕਦੋਂ ਸੋਚਾਂਗੇ? ਪਹਿਲਾਂ ਆਪਣੇ ਆਪ ਨੂੰ ਇਹ ਤਾਂ ਪਤਾ ਲੱਗੇ ਵੀ ਆਪਾਂ ਗਲਤ ਹਾਂ। ਜਿੰਨਾ ਚਿਰ ਜੋ ਅਸੀਂ ਕਰਦੇ ਹਾਂ ਆਪਾਂ ਉਹਨੂੰ ਸਹੀ ਦਾ ਖਿਤਾਬ ਦੇ ਹੀ ਬੈਠੇ ਹਾਂ ਵੀ ਜੋ ਮੈਂ ਕਰਦਾ ਉਹ ਠੀਕ ਹੈ। ਬਾਬਾ ਜੀ ਬਚਨ ਕਰਦੇ ਹੁੰਦੇ ਨੇ, ਕਹਿੰਦੇ ਜੇ ਬ੍ਰਹਮ ਗਿਆਨੀ ਨਹੀਂ, ਗਿਆਨੀ ਤਾਂ ਹੈਗੇ ਹੀ ਆ ਨਾ। ਜੇ ਗਿਆਨੀ ਨਹੀਂ ਤੇ ਚਲੋ ਸਵੇਰ ਨੂੰ ਜਪਜੀ ਸਾਹਿਬ ਦਾ ਪੜ੍ਹ ਹੀ ਲਈਦਾ। ਜੇ ਜਪਜੀ ਸਾਹਿਬ ਨਹੀਂ, ਮੂਲ ਮੰਤਰ ਤੇ ਜਾਣਦੇ ਹੀ ਆ ਨਾ। ਮੂਲ ਮੰਤਰ ਨਹੀਂ, ਸਤਨਾਮ ਵਾਹਿਗੁਰੂ ਤੇ ਕਿਤੇ ਨਹੀਂ ਨਾ ਗਿਆ। ਵੀ ਆਪਣੇ ਆਪ ਨੂੰ ਆਪਾਂ ਕੋਈ ਨਾ ਕੋਈ ਡਿਗਰੀ ਦੇ ਹੀ ਰੱਖਣੀ ਹੈ ਵੀ ਅਸੀਂ ਠੀਕ ਆ।
ਪਰ ਗੱਲ ਉਹਨਾਂ ਚਿਰ ਨਹੀਂ ਬਣਨੀ ਜਿੰਨਾ ਚਿਰ ਆਪਣੇ ਨੁਕਸ ਅਸੀਂ ਆਪ ਨਹੀਂ ਲੱਭਦੇ, ਆਪਣੀ ਕਮੀ। ਬੰਦੇ ਖੋਜ ਦਿਲ ਹਰ ਰੋਜ਼, ਮਰ ਕਹਿੰਦੇ ਇੱਕ ਅੱਧੀ ਵਾਰੀ ਨਹੀਂ, ਹਰ ਰੋਜ਼ ਕੱਲਾ ਬੈਠ ਕੇ ਆਪਣੇ ਆਪ ਨੂੰ ਖੋਜਿਆ ਕਰ, ਆਪਣੇ ਆਪ ਨੂੰ ਲੱਭਿਆ ਕਰ। ਅਸਲ ਵਿੱਚ ਰੱਬ ਲੱਭਣ ਦੀ ਲੋੜ ਨਹੀਂ, ਲੱਭਣਾ ਤੂੰ ਆਪਣੇ ਆਪ ਨੂੰ ਹੈ। ਗੁਆਚਿਆ ਹੋਇਆ ਤੂੰ ਹੈ, ਰੱਬ ਨਹੀਂ ਗੁਆਚਿਆ ਹੋਇਆ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਰੱਬ ਤਾਂ ਘਟ ਘਟ ਮੈਂ ਹਰ ਜੂ ਬਸ ਹੈ, ਤੇਰੇ ਅੰਦਰ ਵੀ ਹੈ, ਸਾਰਿਆਂ ਦੇ ਵਿੱਚ ਹੈ, ਪਰ ਤੂੰ ਆਪ ਆਪਣੇ ਨਾਲੋਂ ਦੂਰ ਗਿਆ ਹੋਇਆ ਹੈ। ਆਪਣੇ ਆਪ ਨੂੰ ਢੂੰਡ, ਆਪਣੇ ਆਪ ਨੂੰ ਖੋਜ। ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਹਰੇਕ ਘਟ ਵਿੱਚ ਉਹ ਵਸਦਾ ਹੈ, ਪਰ ਤੂੰ ਗੁਆਚਿਆ ਹੋਇਆ। ਆਪਣੇ ਆਪ ਨੂੰ ਲੱਭ, ਆਪਣੇ ਆਪ ਨੂੰ ਵੇਖ ਤੂੰ ਕਿੱਥੇ, ਆਪਣੀ ਵਿਚਾਰ ਕਰ। ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਆਪ ਦੀ ਖੋਜ ਕਰ। ਵੇਖ ਤੇ ਸਹੀ ਤੂੰ ਕਰਦਾ ਕੀ ਹੈ, ਆਪਣੇ ਕਰਮਾਂ ਦੀ ਵਿਚਾਰ ਕਰ। ਆਪਣੀ ਡਾਇਰੀ ਲਾਈਏ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੀ ਕਰਿਆ। ਰਾਤ ਨੂੰ ਭਾਵੇਂ 10 ਮਿੰਟ ਹੀ ਸੌਣ ਤੋਂ ਪਹਿਲਾਂ ਬੈਠ ਕੇ ਆਪਣਾ ਆਪ ਲਿਖ ਲਈਏ। ਅੱਜ ਕਿੰਨਿਆਂ ਨਾਲ ਕੌੜਾ ਬੋਲੇ, ਅੱਜ ਕਿੰਨਾ ਝੂਠ ਬੋਲਿਆ, ਅੱਜ ਕਿੰਨਿਆਂ ਨਾਲ ਬੇਈਮਾਨੀ ਕੀਤੀ, ਅੱਜ ਮੇਰੀ ਜੇਬ ਦੇ ਵਿੱਚ ਕਿੰਨੇ ਬੇਈਮਾਨੀ ਦੇ 2 ਨੰਬਰ ਦੇ ਪੈਸੇ ਆਏ, ਮੈਂ ਅੱਜ ਨਿਤਨੇਮ ਕਿੰਨਾ ਕਰਿਆ, ਮੈਂ ਅੱਜ ਆਪਣੇ ਮਨ ਵਿੱਚ ਦੂਜਿਆਂ ਬਾਰੇ ਕਿੰਨਿਆਂ ਦਾ ਬੁਰਾ ਸੋਚਿਆ। ਇਹ ਸਾਰਾ ਕੁਝ ਆਪਣੇ ਜੀਵਨ ਦਾ ਜੇ ਆਪ ਫੈਸਲਾ ਕਰਨਾ ਹੈ, ਭੁਲੇਖੇ ਵਿੱਚ ਨਹੀਂ ਰਹਿਣਾ। ਆਪਣੇ ਆਪ ਨੂੰ ਐਵੇਂ ਗੁਰਮੁਖਤਾਈ ਦਾ ਸਰਟੀਫਿਕੇਟ ਨਾ ਦੇ ਲਿਆ ਕਰੀਏ, ਮੈਂ ਬੜਾ ਚੰਗਾ ਹਾਂ। ਆਪਣੇ ਆਪ ਨੂੰ ਪਹਿਲਾਂ ਬਾਚ ਲੈਣਾ, ਵੇਖ ਲੈਣਾ ਕਿੱਥੇ ਕੁ ਖਲੋਤੇ ਆ, ਕਿੱਥੇ ਕੁ ਖੜੇ ਆ। ਆਪਣਾ ਫੈਸਲਾ ਆਪ ਤੁਸੀਂ ਕਰ ਸਕਦੇ ਹੋ, ਵਿਚਾਰ ਕਰਨੀ। ਤੇ ਗੁਰਮੁਖ ਪਿਆਰਿਓ ਕਹਿੰਦੇ ਹੁਣ ਮਹਾਂਪੁਰਸ਼ਾਂ ਨੇ ਉਹਨੂੰ ਸ਼ੀਸ਼ਾ ਵਿਖਾ ਦਿੱਤਾ ਵੀ ਤੇਰਾ ਜੀਵਨ ਤਾਂ ਬਹੁਤ ਕਰਕਿਆ ਹੋਇਆ। ਹੁਣ ਉਹਨੂੰ ਮਹਾਂਪੁਰਖਾਂ ਦੇ ਬਚਨਾਂ ਦਾ ਐਸਾ ਅੰਦਰ ਬੈਰਾਗ ਲੱਗਿਆ, ਚਰਨ ਫੜ ਲਏ ਸੰਤਾਂ ਦੇ। ਮਹਾਰਾਜ ਜੀ ਤਰਸ ਕਰੋ, ਦਇਆ ਕਰੋ। ਅੱਜ ਤੋਂ ਪਹਿਲਾਂ ਕਦੇ ਇਦਾਂ ਮਹਿਸੂਸ ਹੀ ਨਹੀਂ ਸੀ ਹੋਇਆ ਵੀ ਮੈਂ ਗਲਤ ਹਾਂ। ਅੱਜ ਤੁਹਾਡੇ ਪ੍ਰਵਚਨ ਸੁਣ ਕੇ, ਤੁਹਾਡਾ ਉਪਦੇਸ਼ ਸੁਣ ਕੇ ਮੈਨੂੰ ਐਂ ਲੱਗਦਾ ਹੈ ਵੀ ਮੇਰੇ ਤਾਂ ਏਡੇ ਮਾੜੇ ਕਰਮ ਨੇ ਵੀ ਧਰਤੀ ਵਿੱਚ ਗਰਕ ਹੋ ਜਾਣਾ ਮੈਂ। ਪਤਾ ਨਹੀਂ ਇਹ ਕੀਤੇ ਕਰਮ ਮੈਨੂੰ ਭੁਗਤਣੇ ਪੈਣੇ ਜਦੋਂ, ਮੇਰਾ ਕੀ ਹਾਲ ਹੋਏਗਾ। ਕੋਈ ਕਿਰਪਾ ਕਰ ਦਿਓ, ਕੋਈ ਬਖਸ਼ਿਸ਼ ਕਰ ਦਿਓ, ਮੈਂ ਵੀ ਬਖਸ਼ੀ ਜਾਵਾਂ। ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋ ਜਾਏ, ਸਮਝੋ ਮੁਆਫੀ ਵਾਲੇ ਪਾਸੇ ਨੂੰ ਪੱਟਿਆ ਹੋਇਆ ਪਹਿਲਾ ਕਦਮ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਆਪਣੇ ਆਪ ਨੂੰ ਆਪਾਂ ਗਲਤ ਜਾਣ ਲਿਆ, ਮੰਨ ਲਿਆ, ਜਦੋਂ ਆਪਾਂ ਸਮਝ ਲਿਆ ਵੀ ਹਾਂ ਇੱਥੇ ਅਸੀਂ ਗਲਤ ਹਾਂ, ਅੰਦਰੋਂ ਪਛਤਾਵਾ ਹੋ ਗਿਆ, ਅੰਦਰੋਂ ਪਛਤਾਵਾ। ਮਹਾਪੁਰਸ਼ ਧਾਰਨਾ ਪੜਿਆ ਕਰਦੇ ਪ੍ਰੇਮ ਦੇ ਨਾਲ। ਜਦੋਂ ਜਿਹੜੀ ਰੂਹ ਵਿਰਾਗ ਦੇ ਵਿੱਚ ਆ ਜਾਏ ਨਾ ਜੀ, ਆਪਣੇ ਪਿਛਲੇ ਕਰਮ ਜਦੋਂ ਉਹਨੂੰ ਐ ਪਾਪ ਦਿਸਣ ਲੱਗ ਪੈਣ, ਫਿਰ ਨੇਤਰਾਂ ਵਿੱਚੋਂ ਪਾਣੀ ਤੇ ਵਗਦਾ ਹੀ ਹੈ। ਉਹ ਪਛਤਾਵੇ ਦਾ ਰੋਣ ਹੁੰਦਾ, ਪਛਤਾਵੇ ਦੇ ਹੰਝੂ ਹੁੰਦੇ ਨੇ। ਜੀ ਵਾਛੜ ਹੰਝੂਆਂ ਦੀ ਮੁੜ ਮੁੜ ਆਵੇ, ਮੀਂਹ ਪਛਤਾਵੇ ਦਾ। ਵਾਛੜ ਹੰਝੂਆਂ ਦੀ ਮੁੜ ਮੁੜ ਆਵੇ, ਮੀਂਹ ਪਛਤਾਵੇ ਦਾ। ਵਾਛੜ ਹੰਝੂਆਂ ਦੀ ਮੁੜ ਮੁੜ ਆਵੇ, ਮੀਂਹ ਪਛਤਾਵੇ ਦਾ। ਵਾਛੜ ਹੰਝੂਆਂ ਦੀ ਮੁੜ ਮੁੜ ਆਵੇ, ਮੀਂਹ ਪਛਤਾਵੇ ਦਾ। ਵਾਛੜ ਹੰਝੂਆਂ ਦੀ ਮੁੜ ਮੁੜ ਆਵੇ, ਮੀਂਹ ਪਛਤਾਵੇ ਦਾ। ਵਾਛੜ ਹੰਝੂਆਂ ਦੀ ਮੁੜ ਮੁੜ ਆਵੇ, ਮੀਂਹ ਪਛਤਾਵੇ ਦਾ। ਜਨਕਾ ਨੇ ਮਹਾਂਪੁਰਖਾਂ ਦੇ ਚਰਨਾਂ ਤੇ ਸੀਸ ਰੱਖਿਆ ਹੋਇਆ, ਰੋਈ ਜਾਂਦੀ ਹੈ। ਸਿਸਕੀਆਂ ਆਉਂਦੀਆਂ ਨੇ, ਹੌਕੇ ਆਉਂਦੇ ਆ। ਮਹਾਂਪੁਰਖਾਂ ਨੇ ਸੀਸ ਉਹਦਾ ਉਤਾਂ ਕੀਤਾ, ਬੇਟਾ ਬੀਤ ਗਿਆ ਸਮਾਂ ਤੇ ਮੁੜ ਕੇ ਆਉਣਾ ਨਹੀਂ ਹੁਣ। ਜਿਹੜਾ ਸਮਾਂ ਲੰਘ ਗਿਆ ਉਹ ਤਾਂ ਗਿਆ, ਉਹਨੂੰ ਮੋੜਿਆ ਨਹੀਂ ਜਾ ਸਕਦਾ।
ਇਹ ਠੀਕ ਹੈ, ਤੈਨੂੰ ਸਮਾਂ ਰਹਿੰਦਿਆਂ ਇਸ ਗੱਲ ਦੀ ਸੋਝੀ ਹੋ ਗਈ ਵੀ ਤੂੰ ਜੋ ਕਰਿਆ ਗਲਤ ਕਰਿਆ, ਸੋਝੀ ਹੋ ਗਈ ਤੈਨੂੰ। ਹੁਣ ਆਉਣ ਵਾਲਾ ਸਮਾਂ ਜੇ ਤੇ ਮਿਹਨਤ ਕਰੇ ਤੇ ਫਿਰ ਪਰਮੇਸ਼ਰ ਤੇਰੇ ਤੇ ਤਰਸ ਕਰੇਗਾ ਜੀ। ਮਿਹਨਤ ਕਰ ਲਵੇਂ ਜੀ, ਆਪਣੇ ਮਨ ਨੂੰ ਆਪਣੇ ਅੰਦਰ ਨੂੰ ਬਦਲਣਾ ਪੈਣਾ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਗੁਰੂ ਵਾਲੇ ਬਣਨ ਦਾ ਮਤਲਬ ਕੀ ਹੁੰਦਾ ਹੈ ਪਿਆਰਿਓ? ਖਿਮਾ ਕਰਿਓ, ਮਾਫੀ ਮੰਗਦਾ ਤੁਹਾਡੇ ਕੋਲ। ਗੁਰੂ ਵਾਲੇ ਬਣਨਾ ਕੇਵਲ ਬਾਹਰਲਾ ਪਹਿਰਾਵਾ ਬਦਲੀ ਕਰਨਾ ਨਹੀਂ ਹੁੰਦਾ। ਇਹਨੇ ਚਿੱਟੇ ਪਾ ਲਏ, ਇਹਨੇ ਨੀਲੇ ਪਾ ਲਏ, ਇਹਨੇ ਭਗਵੇਂ ਪਾ ਲਏ, ਇਹਨੇ ਕਿਸੇ ਹੋਰ ਧਰਮ ਦਾ ਭੇਖ ਧਾਰਨ ਕਰ ਲਿਆ, ਇਹਨੇ ਸਿੱਖੀ ਦਾ ਭੇਖ ਧਾਰਨ ਕਰ ਲਿਆ। ਇਹਨੇ ਭੇਖ ਜੇਕਰ ਉਹਦੇ ਪਿੱਛੇ, ਭੇਖ ਦੇ ਪਿੱਛੇ ਧਰਮ ਦੇ ਅਸੂਲ ਨਹੀਂ, ਧਰਮ ਦੇ ਨਿਯਮ ਨਹੀਂ, ਤੇ ਦਸਮ ਪਾਤਸ਼ਾਹ ਮਹਾਰਾਜ ਕਹਿੰਦੇ ਭੇਖ ਦਿਖਾਇਨ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਨ। ਕੱਲਾ ਭੇਖ ਹੈ, ਕੱਲਾ ਪਹਿਰਾਵਾ ਹੈ, ਧਰਮ ਦੇ ਨਿਯਮ ਨਹੀਂ, ਧਰਮ ਦਾ ਅਸੂਲ ਨਹੀਂ ਕੋਈ ਪੱਲੇ ਬੰਨਿਆ ਹੋਇਆ। ਕਹਿੰਦੇ ਕੱਲਾ ਭੇਖ ਤੇਰਾ ਭਲਾ ਨਹੀਂ ਕਰ ਸਕਦਾ। ਉਹ ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੈ, ਕੱਲਾ ਪਹਿਰਾਵਾ ਕਿਸੇ ਦਾ ਭਲਾ ਨਹੀਂ ਕਰ ਸਕਦਾ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇੱਕ ਹਿੰਦੂ ਨੂੰ ਉਪਦੇਸ਼ ਦਿੱਤਾ ਹੈ। ਮਹਾਰਾਜ ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਲਈ ਤਾਂ ਪਾਂਡੇ ਘੱਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਜਨੇਊ ਸਰੀਰ ਤੇ ਧਾਰਨ ਕਰਨ ਵਾਲਾ ਧਰਮ ਦਾ ਚਿੰਨ੍ਹ ਹੈ, ਪਰ ਜਿਹੜੇ ਇੱਥੇ ਗੁਣਾਂ ਦੀ ਗੱਲ ਕੀਤੀ ਹੈ, ਗੁਣ ਆਤਮਾ ਦਾ ਗਹਿਣਾ, ਉਹ ਆਤਮਾ ਨੇ ਧਾਰਨ ਕਰਨਾ। ਇੱਕ ਮੁਸਲਮਾਨ ਨੂੰ ਵੀ ਉਪਦੇਸ਼ ਦਿੱਤਾ ਹੈ। ਇਸਲਾਮ ਨੂੰ ਮੰਨਣ ਵਾਲਾ 5 ਨਮਾਜ਼ਾਂ ਪੜ੍ਹਦਾ ਹੈ। ਮਹਾਰਾਜ ਕਹਿੰਦੇ 5 ਨਮਾਜ਼ਾਂ ਪੜ੍ਹਨ ਵਾਲਿਆ 5 ਨਮਾਜ਼ਾਂ ਦੇ 5 ਗੁਣ ਵੀ ਵੇਖ। ਪਹਿਲੀ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਅਸੂਲ ਵੀ ਵੇਖਣਾ, ਨਮਾਜ਼ਾਂ ਪੜ੍ਹਦਾ ਹੈ, ਝੁਕਦਾ ਹੈ, ਸਿਜਦੇ ਕਰਦਾ ਹੈ, ਪਰ ਜੇ ਝੂਠ ਨਾ ਛੱਡਿਆ, ਸੱਚ ਗ੍ਰਹਿਣ ਨਾ ਕੀਤਾ, ਤੇਰੀ ਨਮਾਜ਼ ਪੜ੍ਹੀ ਸਫਲੀ ਨਹੀਂ। ਦੂਜਿਆਂ ਦਾ ਹੱਕ ਮਾਰਦਾ, ਹਲਾਲ ਦੀ ਨਹੀਂ ਖਾਂਦਾ, ਨਮਕ ਹਰਾਮੀ ਕਰਦਾ ਹੈ, ਤਾਂ ਫਿਰ ਤੇਰੀ ਨਮਾਜ਼ ਪੜ੍ਹੀ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਸਭਨਾਂ ਦੇ ਵਿੱਚ ਇੱਕ ਖੁਦਾ ਨੂੰ ਵੇਖ ਕੇ ਸਭ ਦਾ ਭਲਾ, ਸਭ ਦੀ ਖੈਰ ਨਹੀਂ ਮੰਗਦਾ, ਤੇਰੀ ਨਮਾਜ਼ ਪੜ੍ਹੀ ਦਾ ਕੋਈ ਫਾਇਦਾ ਨਹੀਂ। ਤੇਰੀ ਨੀਅਤ ਵਿੱਚ ਖੋਟ ਹੈ, ਨੀਅਤ ਰਾਸ ਨਹੀਂ ਹੈ ਤੇਰੀ ਨਮਾਜ਼ ਪੜ੍ਹੀ ਦਾ ਕੋਈ ਫਾਇਦਾ ਨਹੀਂ। ਅੱਲਾ ਦੀ ਸਿਫਤ ਸਲਾਹ ਵਿੱਚ ਨਹੀਂ ਜੁੜਦਾ, ਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਇੱਕ ਮੁਸਲਮਾਨ ਨੂੰ ਵੀ ਕਹਿੰਦੇ ਨੇ ਤੇਰੀ ਨਮਾਜ਼ ਪੜ੍ਹੀ ਦਾ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਹਜ਼ੂਰ ਮਹਾਰਾਜ ਕਹਿੰਦੇ ਕੱਲਾ ਭੇਖ ਨਹੀਂ, ਧਰਮ ਦੇ ਅਸੂਲ ਵੀ ਧਾਰਨ ਕਰਨਾ, ਧਰਮ ਦੇ ਅਸੂਲ ਵੀ ਧਾਰਨ। ਆਓ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਗ੍ਰਹਿਣ ਕਰੀਏ। ਗਨਕਾ ਮਹਾਂਪੁਰਖਾਂ ਦੇ ਚਰਨਾਂ ਤੇ ਸੀਸ ਰੱਖ ਕੇ ਰੋਂਦੀ ਹੈ। ਪਿਛਲਾ ਸਮਾਂ ਗੁਨਾਹਾਂ ਵਿੱਚ ਬੀਤ ਗਿਆ, ਮਾੜੇ ਕਰਮਾਂ ਵਿੱਚ ਬੀਤ ਗਿਆ, ਬਖਸ਼ ਲਓ। ਰੱਬ ਦੇ ਪਿਆਰਿਓ, ਮੈਂ ਸੁਣਿਆ ਹੈ ਸਾਧੂ ਬਖਸ਼ਣਹਾਰ ਹੁੰਦੇ ਐ। ਤੈਨੂੰ ਬਖਸ਼ਣਹਾਰਾ ਕਹਿੰਦੇ, ਮੇਰੇ ਬਖਸ਼ ਗੁਨਾਹਾਂ ਨੂੰ। ਬਖਸ਼ਣਹਾਰਾ ਮੇਰੇ ਬਖਸ਼ ਗੁਨਾਹਾਂ ਨੂੰ। ਤੈਨੂੰ ਬਖਸ਼ਣਹਾਰਾ ਕਹਿੰਦੇ, 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 ਮੇਰੇ ਬਖਸ਼ ਗੁਨਾਹਾਂ ਨੂੰ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਦੁਗਾਨ ਦੀ ਵਿਚਾਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਕਹਿੰਦੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸਿਉਦਰੀ ਤਾਂ ਕੋ ਜਸ ਉਰਤਾਰੋ।
ਵੱਡੇ ਵੱਡੇ ਪਾਪੀਆਂ ਦਾ ਉਧਾਰ ਹੋ ਗਿਆ। ਮਾਰੇ ਕਹਿੰਦੇ ਆਏ ਮੇਰੇ ਮਨ ਤੂੰ ਵੀ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ। ਆਓ ਬੜੇ ਭਾਗਾਂ ਵਾਲਾ ਸਮਾਂ ਹੈ। ਸਿੱਖ ਕੌਮ ਦੀ ਮਾਇਨਾਜ਼ ਹਸਤੀ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਇਹਨਾਂ ਮਹਾਨ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਵਾਸਤੇ, ਸੰਗਤਾਂ ਦੇ ਦਰਸ਼ਨ ਕਰਨ ਵਾਸਤੇ, ਸੰਗਤਾਂ ਨੂੰ ਗੁਰੂ ਉਪਦੇਸ਼ ਦ੍ਰਿੜ ਕਰਾਉਣ ਵਾਸਤੇ ਪਹੁੰਚੇ ਨੇ। ਸਰਦਾਰ ਸਾਹਿਬ ਬਹਾਦਰ ਸਿੰਘ ਹੋਰਾਂ ਵੱਲੋਂ, ਇਲਾਕੇ ਦੀ ਸਮੂਹ ਸੰਗਤ ਵੱਲੋਂ ਸਿੰਘ ਸਾਹਿਬ ਜੀਆਂ ਨੂੰ ਜੀਓ ਆਇਆਂ ਆਖਿਆ ਜਾਂਦਾ ਹੈ। ਸ਼੍ਰੀ ਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਮਹਾਂਪੁਰਸ਼, ਜਿਨ੍ਹਾਂ ਦੇ ਨਾਲ ਸਿੰਘ ਸਾਹਿਬ ਜੀ ਦਾ ਅਤ ਸਨੇਹ ਹੈ, ਅਤ ਪਿਆਰ ਹੈ, ਔਰ ਮਹਾਂਪੁਰਖਾਂ ਦੇ ਪਿਆਰ ਦਾ ਸਦਕਾ ਏਡੀ ਲੰਬੀ ਯਾਤਰਾ ਕਰਕੇ ਸਿੰਘ ਸਾਹਿਬ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਹੈ। ਆਓ ਅਗਲਾ ਸਮਾਂ ਆਪਾਂ ਸਿੰਘ ਸਾਹਿਬ ਹੋਰਾਂ ਦੇ ਪਾਸੋਂ ਗੁਰਮਤਿ ਦੀਆਂ ਵਿਚਾਰਾਂ, ਜਿਤਨਾ ਸਮਾਂ ਉਹਨਾਂ ਦੀ ਇੱਛਾ ਹੈ ਉਹ ਸੰਗਤ ਨੂੰ ਨਿਹਾਲ ਕਰਨਗੇ ਜੀ। ਆਓ ਸਿੰਘ ਸਾਹਿਬ ਹੋਰਾਂ ਦੀ ਆਮਦ ਦੇ ਵਿੱਚ ਇੱਕ ਜੈਕਾਰਾ, ਸਾਰੀ ਸੰਗਤ ਸਾਥ ਦੇਣਾ ਜੀ। ਸਤਿਗੁਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਵਿੱਚ ਜਿਤਨੇ ਆਪ ਜੀ ਪ੍ਰੇਮੀ ਜਨ ਬੈਠੇ ਹੋ, ਜਿਹੜੇ ਹਾਲੇ ਪੰਡਾਲ ਤੋਂ ਬਾਹਰ ਨੇ, ਉਹ ਵੀ ਭਾਈ ਪੰਡਾਲ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਆ ਕੇ ਬੈਠਣ ਦੀ ਖੇਚਲ ਕਰੋ। ਆਓ ਆਪਾਂ ਇੱਕ ਜੈਕਾਰੇ ਦੁਆਰਾ ਸਿੰਘ ਸਾਹਿਬ ਹੋਰਾਂ ਦਾ ਤੇ ਮਹਾਂਪੁਰਖਾਂ ਦਾ ਸਤਿਕਾਰ ਕਰੀਏ ਜੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਆਉਣ ਵਾਲਾ ਸਮਾਂ ਸਿੰਘ ਸਾਹਿਬ ਹੋਰਾਂ ਕੋਲੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।